ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਬੀਰ ਲਿਖਾ ਦੇਨਾ ਸੁਹੇਲਾ, ਜੋ ਦਿਲ ਸੂਚੀ ਹੋਏ। ਹੇ ਕਬੀਰ, ਉਹ ਰੱਬ ਮਨੁੱਖ ਪਾਸੋਂ ਸਿਰਫ ਦਿਲ ਦੀ ਪਾਕੀਜ਼ਗੀ ਦੀ ਕੁਰਬਾਨੀ ਮੰਗਦਾ ਹੈ। ਜੇ ਮਨੁੱਖ ਦੇ ਦਿਲ ਦੀ ਪਵਿੱਤਰਤਾ ਕਾਇਮ ਹੋਵੇ ਤਾਂ ਆਪਣੇ ਕੀਤੇ ਅਮਲਾਂ ਦਾ ਲੇਖਾ ਦੇਣਾ ਸੌਖਾ ਹੋ ਜਾਂਦਾ ਹੈ। ਉਸ ਸਾਚੇ ਦੇ ਬਾਣ ਮੈਂ ਪਲਾ ਨਾ ਪਕੜੈ ਕੋਈ। ਇਸ ਪਵਿੱਤਰਤਾ ਦੀ ਬਰਕਤ ਨਾਲ ਉਸ ਸੱਚੀ ਕਚਹਿਰੀ ਵਿੱਚ ਕੋਈ ਰੋਕ ਟੋਕ ਨਹੀਂ ਕਰਦਾ। ਕਬੀਰ ਧਰਤੀ ਅਰ ਆਕਾਸ਼ ਮੈਂ, ਦੋਏ ਤੂੰ ਪਰੀ ਅਬਦ। ਹੇ ਕਬੀਰ, ਹੇ ਦੁਐਤ, ਸਾਰੀ ਸ੍ਰਿਸ਼ਟੀ ਵਿੱਚ ਹੀ ਤੂੰ ਬਹੁਤ ਬੜੀ ਹੈ। ਤੈਨੂੰ ਬੜੀ ਔਖਿਆਈ ਨਾਲ ਹੀ ਮੁਕਾਇਆ ਜਾ ਸਕਦਾ ਹੈ। ਖਟ ਦਰਸ਼ਨ ਸੰਸੇ ਪਰੇ, ਅਰ 84 ਸਿੱਧ। ਹਜ ਕਰਨ ਤੇ ਕੁਰਬਾਨੀ ਦੇਣ ਵਾਲੇ ਮੁੱਲਾਂ ਜਾਂ ਠਾਕੁਰ, ਪੂਜਾ ਕਰਨ ਕਰਾਉਣ ਵਾਲੇ ਬ੍ਰਾਹਮਣ ਤਾਂ ਕਿਤੇ ਰਹੇ। 6 ਭੇਖਾਂ ਦੇ ਤਿਆਗੀ ਅਤੇ ਯੋਗ ਦੇ ਸਾਧਨਾ ਵਿੱਚ ਪ੍ਰਪੱਕ ਹੋਏ 84 ਸਿੱਧ ਵੀ ਹੇ ਦੋਏ ਤੈਥੋਂ ਸਹਿਮੇ ਹੋਏ ਹਨ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਹੇ ਕਬੀਰ, ਇਸ ਦੋਏ ਨੂੰ ਮਿਟਾਉਣ ਲਈ ਨਾ ਹਜ ਕੁਰਬਾਨੀਆਂ, ਨਾ ਠਾਕੁਰ ਪੂਜਾ, ਨਾ ਬ੍ਰਾਹਮਣ ਦੀ ਸੇਵਾ, ਨਾ ਤਿਆਗ ਤੇ ਨਾ ਯੋਗ ਸਾਧਨ, ਇਹ ਕੋਈ ਵੀ ਸਹਾਇਤਾ ਨਹੀਂ ਕਰਦੇ। ਸਿਰਫ ਇੱਕੋ ਹੀ ਤਰੀਕਾ ਹੈ, ਉਹ ਇਹ ਹੈ ਕਿ ਆਪਣਾ ਆਪ ਪ੍ਰਭੂ ਦੇ ਹਵਾਲੇ ਕੀਤਾ ਜਾਏ। ਇਸੇ ਦਾ ਨਾਮ ਦਿਲ ਸਾਬਤ ਹੈ। ਸੋ ਪ੍ਰਭੂ ਦੇ ਦਰ ਤੇ ਅਰਦਾਸ ਕਰਤੇ ਆਖੇ, ਪ੍ਰਭੂ ਜੋ ਕੁਝ ਮੇਰੇ ਪਾਸ ਹੈ ਇਹ ਤਨ ਮਨ ਧਨ, ਇਸ ਵਿੱਚ ਕੋਈ ਚੀਜ਼ ਐਸੀ ਨਹੀਂ ਜਿਸ ਨੂੰ ਮੈਂ ਆਪਣੀ ਆਖ ਸਕਾਂ। ਜੋ ਕੁਝ ਮੇਰੇ ਕੋਲ ਹੈ ਸਭ ਤੇਰਾ ਹੀ ਦਿੱਤਾ ਹੋਇਆ ਹੈ। ਤੇਰਾ ਤੁਝ ਕੋ ਸੌਂਪਤੇ, ਕਿਆ ਲਾਗੈ ਮੇਰਾ। ਜੇ ਤੇਰੀ ਮਿਹਰ ਹੋਵੇ ਤਾਂ ਤੇਰਾ ਬਖਸ਼ਿਆ ਹੋਇਆ ਇਹ ਤਨ ਮਨ ਧਨ ਮੈਂ ਤੇਰੀ ਭੇਂਟ ਕਰਦਾ ਹਾਂ। ਇਸ ਵਿੱਚ ਮੇਰੇ ਪੱਲਿਓਂ ਕੁਝ ਖਰਚ ਨਹੀਂ ਹੁੰਦਾ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਹੇ ਕਬੀਰ, ਪ੍ਰਭੂ ਦਰ ਤੇ ਇਉਂ ਆਖੇ, ਪ੍ਰਭੂ ਤੇਰੀ ਮਿਹਰ ਨਾਲ ਹਰ ਵੇਲੇ ਤੇਰਾ ਸਿਮਰਨ ਕਰਦਿਆਂ ਮੈਂ ਤੇਰੇ ਵਿੱਚ ਹੀ ਲੀਨ ਹੋ ਗਿਆ ਹਾਂ। ਮੇਰੇ ਅੰਦਰ ਮੈਂ ਦਾ ਖਿਆਲ ਰਹਿ ਹੀ ਨਹੀਂ ਗਿਆ। ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਤੇਰਾ ਸਿਮਰਨ ਕਰਦਿਆਂ ਹੁਣ ਜਦੋਂ ਮੇਰੇ ਅੰਦਰੋਂ ਆਪਣੇ ਪਰਾਏ ਵਾਲਾ ਵਿਤਕਰਾ ਮਿਟ ਗਿਆ ਹੈ, ਦੋਏ ਮਿਟ ਗਈ ਹੈ। ਮੈਂ ਜਿੱਧਰ ਵੇਖਦਾ ਹਾਂ ਮੈਨੂੰ ਹਰ ਥਾਂ ਤੂੰ ਹੀ ਦਿਸਦਾ ਹੈ। ਕਬੀਰ ਬਿਕਾਰੈ ਚਿਤਵਤੇ, ਝੂਠੇ ਕਰਤੇ ਆਸ। ਹੇ ਕਬੀਰ, ਜੋ ਮਨੁੱਖ ਦੋਏ ਵਿੱਚ ਫਸੇ ਰਹਿ ਕੇ ਪ੍ਰਭੂ ਦਾ ਸਿਮਰਨ ਨਹੀਂ ਕਰਦੇ, ਜੋ ਸਦਾ ਭੈੜੇ ਕੰਮ ਕਰਨ ਦੀਆਂ ਹੀ ਸੋਚਾਂ ਸੋਚਦੇ ਰਹਿੰਦੇ ਹਨ, ਜੋ ਸਦਾ ਇਹਨਾਂ ਨਾਸ਼ਵੰਤ ਪਦਾਰਥਾਂ ਦੀਆਂ ਹੀ ਤਾਂਘਾਂ ਤਾਂਘਦੇ ਰਹਿੰਦੇ ਹਨ, ਮਨੋਰਥ ਕੋਈ ਨਾ ਪੂਰਿਓ, ਚਾਲੇ ਊਠ ਨਿਰਾਸ। ਉਹ ਮਨੁੱਖ ਦਿਲ ਦੀਆਂ ਆਸਾਂ ਨਾਲ ਲੈ ਕੇ ਹੀ ਇੱਥੋਂ ਤੁਰ ਪੈਂਦੇ ਹਨ। ਉਹਨਾਂ ਦੇ ਮਨ ਦੀ ਕੋਈ ਦੌੜ ਭੱਜ ਪੂਰੀ ਨਹੀਂ ਹੁੰਦੀ। ਭਾਵ ਕਿਸੇ ਵੀ ਪਦਾਰਥ ਦੇ ਮਿਲਣ ਨਾਲ ਉਹਨਾਂ ਦੇ ਮਨ ਦੀ ਦੌੜ ਭੱਜ ਮੁੱਕਦੀ ਨਹੀਂ। ਆਸਾਂ ਹੋਰ ਹੋਰ ਵੱਧਦੀਆਂ ਜਾਂਦੀਆਂ ਹਨ।
कबीर हर का सिमरन जो करੈ सो सुखिया संसार। हे कबीर, जो ਮਨੁੱਖ ਪ੍ਰਮਾਤਮਾ ਦੀ ਯਾਦ ਹਿਰਦੇ ਵਿੱਚ ਵਸਾਉਂਦਾ ਹੈ ਉਹ ਇਸ ਜਗਤ ਵਿੱਚ ਸੁਖੀ ਜੀਵਨ ਬਤੀਤ ਕਰਦਾ ਹੈ। ਇਤ ਉਤ ਕਤੈ ਨਾ ਡੋਲਈ ਜਿਸ ਰਾਖੈ ਸਿਰਜਨਹਾਰ। ਉਹ ਮਨੁੱਖ ਇਸ ਲੋਕ ਤੇ ਪਰਲੋਕ ਵਿੱਚ ਕਿਤੇ ਵੀ ਇਹਨਾਂ ਵਿਕਾਰਾਂ ਤੇ ਆਸਾਂ ਦੇ ਕਾਰਨ ਭਟਕਦਾ ਨਹੀਂ ਹੈ, ਕਿਉਂਕਿ ਪ੍ਰਮਾਤਮਾ ਆਪ ਉਸ ਨੂੰ ਇਹਨਾਂ ਤੋਂ ਬਚਾਉਂਦਾ ਹੈ। ਕਬੀਰ ਕਾਣੀ ਪੀੜ ਤੇ ਸਤਿਗੁਰ ਲਿਏ ਛਡਾਈ। हे ਕਬੀਰ, ਦੁਨੀਆ ਦੇ ਜੀਵ ਵਿਕਾਰਾਂ ਤੇ ਦੁਨਿਆਵੀ ਆਸਾਂ ਦੀ ਕਹਾਣੀ ਵਿੱਚ ਇਉਂ ਪੀੜੇ ਜਾ ਰਹੇ ਹਨ ਜਿਵੇਂ ਕੋਲੂ ਵਿੱਚ ਤਿਲ ਪੀੜੀਦੇ ਹਨ, ਪਰ ਜੋ ਜੋ ਹਰਿ ਕਾ ਸਿਮਰਨ ਕਰੈ ਉਹਨਾਂ ਨੂੰ ਸਤਿਗੁਰੂ ਇਸ ਕਹਾਣੀ ਵਿੱਚੋਂ ਬਚਾ ਲੈਂਦਾ ਹੈ। ਪਰਾ ਪੂਰਬਲੀ ਭਾਵਣੀ ਪ੍ਰਗਟ ਹੋਈ ਆਈ। ਪ੍ਰਭੂ ਚਰਨਾਂ ਨਾਲ ਉਹਨਾਂ ਦਾ ਪਿਆਰ ਜੋ ਧੁਰ ਤੋਂ ਤੁਰਿਆ ਆ ਰਿਹਾ ਸੀ, ਪਰ ਜੋ ਇਹਨਾਂ ਵਿਕਾਰਾਂ ਤੇ ਆਸਾਂ ਹੇਠ ਨੱਪਿਆ ਗਿਆ ਸੀ, ਉਹ ਸਿਮਰਨ ਦੀ ਬਰਕਤ ਤੇ ਸਤਿਗੁਰੂ ਦੀ ਮਿਹਰ ਨਾਲ ਮੁੜ ਹਿਰਦੇ ਵਿੱਚ ਚਮਕ ਪੈਂਦਾ ਹੈ। ਕਬੀਰ ਟਾਲੈ ਟੋਲੈ ਦਿਨ ਗਿਆ ਬਿਆਜ ਬੜਨ ਤੋ ਜਾਈ। हे ਕਬੀਰ, ਜੋ ਮਨੁੱਖ ਗੁਰੂ ਦੀ ਸ਼ਰਨ ਨਹੀਂ ਆਉਂਦੇ ਉਹਨਾਂ ਦੇ ਕੀਤੇ ਵਿਕਾਰਾਂ ਤੇ ਬਣਾਈਆਂ ਆਸਾਂ ਦੇ ਕਾਰਨ ਸਿਮਰਨ ਵੱਲੋਂ ਅੱਜ ਭਲਕ ਕਰਦਿਆਂ ਉਹਨਾਂ ਦੀ ਉਮਰ ਦਾ ਸਮਾਂ ਗੁਜ਼ਰਦਾ ਜਾਂਦਾ ਹੈ। ਵਿਕਾਰਾਂ ਤੇ ਆਸਾਂ ਦਾ ਵਿਆਜ ਵੱਧਦਾ ਜਾਂਦਾ ਹੈ। ਨਾ ਹਰਿ ਭਜਿਓ ਨਾ ਖਤ ਫਟਿਓ ਕਾਲ ਪਹੁੰਚੁ ਆਈ। ਨਾ ਹੀ ਉਹ ਪ੍ਰਮਾਤਮਾ ਦਾ ਸਿਮਰਨ ਕਰਦੇ ਹਨ, ਨਾ ਹੀ ਉਹਨਾਂ ਦਾ ਵਿਕਾਰਾਂ ਤੇ ਆਸਾਂ ਦਾ ਲੇਖਾ ਮੁੱਕਦਾ ਹੈ। ਬਸ ਇਹਨਾਂ ਵਿਕਾਰਾਂ ਤੇ ਆਸਾਂ ਵਿੱਚ ਫਸੇ ਹੋਇਆਂ ਦੇ ਸਿਰ ਉੱਤੇ ਮੌਤ ਆ ਪੜਦੀ ਹੈ। ਮਹਿਲਾ ਪੰਜਵਾਂ। ਕਬੀਰ ਕੂਕਰ ਭੌਂਕਣਾ ਕਰੰਗ ਪਿਛੈ ਉਠਤਾਏ। हे ਕਬੀਰ, ਭੌਂਕਣ ਵਾਲਾ ਭਾਵ ਲਾਲਚ ਦਾ ਮਾਰਿਆ ਕੁੱਤਾ ਸਦਾ ਮੁਰਦਾਰ ਵੱਲ ਦੌੜਦਾ ਹੈ। ਇਸੇ ਤਰ੍ਹਾਂ ਵਿਕਾਰਾਂ ਤੇ ਆਸਾਂ ਵਿੱਚ ਫਸਿਆ ਮਨੁੱਖ ਸਦਾ ਵਿਕਾਰਾਂ ਤੇ ਆਸਾਂ ਵੱਲ ਹੀ ਦੌੜਦਾ ਹੈ। ਤਾਹੀਏ ਇਹ ਸਿਮਰਨ ਵੱਲੋਂ ਟਾਲ ਮਟੋਲੇ ਕਰਦਾ ਹੈ। ਕਰਮੀ ਸਤਿਗੁਰ ਪਾਇਆ ਜਿਨਹੁ ਲਿਆ ਛਡਾਏ। ਮੈਨੂੰ ਪਰਮਾਤਮਾ ਦੀ ਮਿਹਰ ਨਾਲ ਸਤਿਗੁਰੂ ਮਿਲ ਪਿਆ ਹੈ। ਉਸਨੇ ਮੈਨੂੰ ਇਹਨਾਂ ਵਿਕਾਰਾਂ ਤੇ ਆਸਾਂ ਦੇ ਪੰਜੇ ਤੋਂ ਛੁਡਾ ਲਿਆ ਹੈ। ਮਹਿਲਾ ਪੰਜਵਾਂ। ਕਬੀਰ ਧਰਤੀ ਸਾਧ ਕੀ ਤਸ ਕਰ ਬੈਸੈ ਗਾਹੀ। हे ਕਬੀਰ, ਜੇ ਵਿਕਾਰੀ ਮਨੁੱਖ ਚੰਗੇ ਭਾਗਾਂ ਨਾਲ ਹੋਰ ਝਾਕ ਛੱਡ ਕੇ ਸਤਿਗੁਰੂ ਦੀ ਸੰਗਤ ਵਿੱਚ ਆ ਬੈਠਣ, ਧਰਤੀ ਪਾਰ ਨਾ ਵਿਆਪਈ ਉਨ ਕੋ ਲਾਹੂ ਲਾਹੀ। ਤਾਂ ਵਿਕਾਰੀਆਂ ਦਾ ਅਸਰ ਉਸ ਸੰਗਤ ਉੱਤੇ ਨਹੀਂ ਪੈਂਦਾ। ਹਾਂ, ਵਿਕਾਰੀ ਬੰਦਿਆਂ ਨੂੰ ਜ਼ਰੂਰ ਲਾਭ ਅੱਪੜਦਾ ਹੈ। ਉਹ ਵਿਕਾਰੀ ਬੰਦੇ ਜ਼ਰੂਰ ਲਾਭ ਉਠਾਉਂਦੇ ਹਨ। ਮਹਿਲਾ ਪੰਜਵਾਂ। ਕਬੀਰ ਚਾਵਲ ਕਾਰਣੇ ਤੁਖ ਕੋ ਮੋਲੀ ਲਾਏ। हे ਕਬੀਰ, ਤੋਹਾਂ ਨਾਲੋਂ ਚੌਲ ਵੱਖਰੇ ਕਰਨ ਦੀ ਖਾਤਰ ਛੜਨ ਵੇਲੇ ਤੋਹਾਂ ਨੂੰ ਮੋਹਲੀ ਦੀ ਸੱਟ ਵੱਜਦੀ ਹੈ। ਸੰਗ ਕੁਸੰਗੀ ਬੈਸ ਤੇ ਤਬ ਪੁੱਛੈ ਧਰਮ ਰਾਈ। ਇਸੇ ਤਰ੍ਹਾਂ ਜੋ ਮਨੁੱਖ ਵਿਕਾਰੀਆਂ ਦੀ ਸੁਹਬਤ ਵਿੱਚ ਬੈਠਦਾ ਹੈ ਉਹ ਵੀ ਵਿਕਾਰਾਂ ਦੀ ਸੱਟ ਖਾਂਦਾ ਹੈ, ਵਿਕਾਰ ਕਰਨ ਲੱਗ ਪੈਂਦਾ ਹੈ। ਉਸ ਤੋਂ ਧਰਮਰਾਜ ਲੇਖਾ ਮੰਗਦਾ ਹੈ। ਨਾਮਾ ਮਾਇਆ ਮੋਹਿਆ
ਕਹੈ ਤਿਲੋਚਨ ਮੀਤ। ਤ੍ਰਿਲੋਚਨ ਆਖਦਾ ਹੈ ਕਿ ਹੇ ਮਿੱਤਰ ਨਾਮਦੇਵ, ਤੂੰ ਤਾਂ ਮਾਇਆ ਵਿੱਚ ਫਸਿਆ ਜਾਪਦਾ ਹੈ। ਕਾਹੇ ਛਿਪੋ ਛਾਇ ਲੈ ਰਾਮ ਨਾ ਲਾਭੋ ਚੀਤ। ਇਹ ਅੰਬਰੇ ਕਿਉਂ ਠੇਕ ਰਿਹਾ ਹੈ, ਪ੍ਰਮਾਤਮਾ ਦੇ ਚਰਨਾਂ ਨਾਲ ਕਿਉਂ ਚਿੱਤ ਨਹੀਂ ਜੋੜਦਾ। ਨਾਮਾ ਕਹੈ ਤਿਲੋਚਨਾ ਮੁਕਤੇ ਰਾਮ ਸਮਾਲ। ਨਾਮਦੇਵ ਅੱਗੋਂ ਉੱਤਰ ਦਿੰਦਾ ਹੈ, ਹੇ ਤ੍ਰਿਲੋਚਨ, ਮੂੰਹ ਨਾਲ ਪ੍ਰਮਾਤਮਾ ਦਾ ਨਾਮ ਲੈ। ਹਾਥ ਪਾਉ ਕਰ ਕਾਮ ਸਭ ਜੀਤ ਨਿਰੰਜਨ ਨਾਲ। ਹੱਥ ਪੈਰ ਵਰਤ ਕੇ ਸਾਰਾ ਕੰਮ ਕਾਜ ਕਰ ਅਤੇ ਆਪਣਾ ਚਿੱਤ ਮਾਇਆ ਰਹਿਤ ਪ੍ਰਮਾਤਮਾ ਨਾਲ ਜੋੜ। ਮਹਿਲਾ ਪੰਜਵਾ। कबीरा हमरा को नहीं, हम किसहूँ के नाही। हे कबीर, ना कोई साडा सदा ਦਾ ਸਾਥੀ ਹੈ ਅਤੇ ਨਾ ਹੀ ਅਸੀਂ ਕਿਸੇ ਦੇ ਸਦਾ ਲਈ ਸਾਥੀ ਬਣ ਸਕਦੇ ਹਾਂ। ਬੇੜੀ ਦੇ ਪੂਰ ਦਾ ਮੇਲਾ ਹੈ, ਜਿਨ ਇਹ ਰਚਨ ਰਚਾਇਆ, ਤਿਸ ਹੀ ਮਾਹੇ ਸਮਾਹੇ। ਤਾਂ ਤੇ ਜਿਸ ਪ੍ਰਮਾਤਮਾ ਨੇ ਇਹ ਰਚਨਾ ਰਚੀ ਹੈ, ਅਸੀਂ ਤਾਂ ਉਸੇ ਦੀ ਯਾਦ ਵਿੱਚ ਟਿਕੇ ਰਹਿੰਦੇ ਹਾਂ। ਕਬੀਰ ਕੀਚੜ ਆਟਾ ਗਿਰ ਪਰਿਆ, ਕਿਛੂ ਨਾ ਆਇਓ ਹਾਥ। हे ਕਬੀਰ, ਕੋਈ ਤੀਵੀਂ ਜੋ ਕਿਸੇ ਦੇ ਘਰੋਂ ਆਟਾ ਪੀ ਕੇ ਲਿਆਈ, ਆਪਣੇ ਘਰ ਆਉਂਦਿਆਂ ਰਾਹ ਵਿੱਚ ਉਹ ਆਟਾ ਚਿੱਕੜ ਵਿੱਚ ਡਿੱਗ ਪਿਆ, ਉਸ ਵਿਚਾਰੀ ਦੇ ਹੱਥ ਪੱਲੇ ਕੁਝ ਵੀ ਨਾ ਪਿਆ। ਪੀਸਤ ਪੀਸਤ ਚਾਬਿਆ, ਸੋਈ ਨਿਭਿਆ ਸਾਥ। ਚੱਕੀ ਪੀਂਦਿਆਂ ਪੀਂਦਿਆਂ ਜਿਤਨੇ ਕੋ ਦਾਣੇ ਉਸਨੇ ਚੱਬ ਲਏ, ਬਸ ਉਹੀ ਉਸਦੇ ਕੰਮ ਆਇਆ। कबीर मन जाने सब बात, जानत ही औगन करे। हे कबीर, जो मनुख हर रोज धर्म अस्थान ते जाके भजन भगती करन पिछों सारा दिन ठगी फरेब की किरत कमाई करता है, वो इस गलों ना वाकफ नहीं कि माड़ी गल है। ਉਸ ਦਾ ਮਨ ਸਭ ਕੁਝ ਜਾਣਦਾ ਹੈ, ਪਰ ਉਹ ਜਾਣਦਾ ਹੋਇਆ ਵੀ ਠੱਗੀ ਦੀ ਕਮਾਈ ਵਾਲਾ ਪਾਪ ਕਰੀ ਜਾਂਦਾ ਹੈ। ਕਾਹੇ ਕੀ ਕੁਸਲਾਤ ਹਾਥ, ਦੀਪ ਕੁਏ ਪਰੈ। ਪਰਮਾਤਮਾ ਦੀ ਭਗਤੀ ਤਾਂ ਇੱਕ ਜਗਦਾ ਦੀਵਾ ਹੈ, ਜਿਸ ਨੇ ਜ਼ਿੰਦਗੀ ਦੇ ਹਨੇਰੇ ਸਫ਼ਰ ਵਿੱਚ ਮਨੁੱਖ ਨੂੰ ਰਸਤਾ ਵਿਖਾਉਣਾ ਹੈ, ਵਿਕਾਰਾਂ ਦੇ ਖੂਹ ਖਾਤੇ ਵਿੱਚੋਂ ਡਿੱਗਣੋਂ ਬਚਾਉਣਾ ਹੈ। ਪਰ ਉਸ ਦੀਵੇ ਤੋਂ ਕੀ ਸੁੱਖ ਜੇ ਉਸ ਦੀਵੇ ਦੇ ਸਾਡੇ ਹੱਥ ਵਿੱਚ ਹੁੰਦਿਆਂ ਹੀ ਅਸੀਂ ਖੂਹ ਵਿੱਚ ਡਿੱਗ ਪਏ। ਕਬੀਰ ਲਾਗੀ ਪ੍ਰੀਤ ਸੁਜਾਨ ਸਿਉ, ਬਰ ਜੈ ਲੋਗ ਅਜਾਨ। हे ਕਬੀਰ, ਜੇ ਤੂੰ ਚੀਤ ਨਿਰੰਜਨ ਨਾਲ ਜੋੜੀ ਰੱਖਣਾ ਹੈ ਤਾਂ ਇਹ ਚੇਤਾ ਰੱਖ ਕੇ ਮੂਰਖ ਜਗਤ ਭਾਵ ਸਾਖ ਸੰਬੰਧੀਆਂ ਦਾ ਮੋਹ ਅਤੇ ਠੱਗੀ ਦੀ ਕਿਰਤਕਾਰ ਘੱਟ ਘੱਟ ਦੀ ਜਾਣਨ ਵਾਲੇ ਪ੍ਰਮਾਤਮਾ ਨਾਲ ਬਣੀ ਪ੍ਰੀਤ ਦੇ ਰਸਤੇ ਵਿੱਚ ਰੋਕ ਪਾਉਂਦਾ ਹੈ। ਤਾਂ ਸਿਉ ਟੂਟੇ ਕਿਉਂ ਬਣੈ, ਜਾਂ ਕੇ ਜੀ ਪਰਾਨ। ਅਤੇ ਇਸ ਧੋਖੇ ਵਿੱਚ ਆਇਆ ਘਾਟਾ ਹੀ ਘਾਟਾ ਹੈ, ਕਿਉਂਕਿ ਜਿਸ ਪਰਮਾਤਮਾ ਦੀ ਦਿੱਤੀ ਹੋਈ ਜਿੰਦ ਜਾਨ ਹੈ, ਉਸ ਨਾਲੋਂ ਵਿਛੜੀ ਹੋਈ ਕਿਸੇ ਹਾਲਤ ਵਿੱਚ ਵੀ ਸੋਹਣੀ ਨਹੀਂ ਲੱਗ ਸਕਦੀ, ਸੌਖੀ ਨਹੀਂ ਰਹਿ ਸਕਦੀ। ਕਬੀਰ ਕੋਠੇ ਮੰਡਪ ਹੇਤ ਕਰ, ਕਾਹੇ ਮਰੋ ਸਵਾਰ। ਜਿੰਦ ਦਾਤੇ ਪ੍ਰਭੂ ਨਾਲੋਂ ਵਿਛੜੀ ਜਿੰਦ ਸੌਖੀ ਨਹੀਂ ਰਹਿ ਸਕਦੀ, ਤਾਂ ਸਿਉ ਟੂਟੀ ਕਿਉਂ ਬਣੈ। ਤਾਂ ਤੇ हे ਕਬੀਰ,
ਉਸ ਜਿੰਦ ਦਾਤੇ ਨੂੰ ਭੁਲਾ ਕੇ ਘਰ ਮਹਿਲ ਮਾੜੀਆਂ ਬੜੇ ਸ਼ੌਂਕ ਨਾਲ ਸਜਾ ਕੇ ਕਿਉਂ ਆਤਮਕ ਮੌਤੇ ਮਰ ਰਹੇ ਹੋ? ਕਾਰਜ ਸਾਡੇ ਤੀਨ ਹੱਥ, ਘਣੀ ਤਾਂ ਪੌਣੇ ਚਾਰ। ਤੁਹਾਡੀ ਆਪਣੀ ਲੋੜ ਤਾਂ 3.5 ਹੱਥ ਜ਼ਮੀਨ ਨਾਲ ਪੂਰੀ ਹੋ ਰਹੀ ਹੈ, ਕਿਉਂਕਿ ਹਰ ਰੋਜ਼ ਸੌਣ ਵੇਲੇ ਆਪਣੇ ਕੱਦ ਅਨੁਸਾਰ ਤੁਸੀਂ ਇਤਨੀ ਕੋਹੀ ਵਰਤਦੇ ਹੋ। ਪਰ ਜੇ ਤੁਹਾਡਾ ਕੱਦ ਕੁਝ ਲੰਮਾ ਹੈ, ਜੇ ਤੁਹਾਨੂੰ ਕੁਝ ਵਧੇਕ ਜ਼ਮੀਨ ਦੀ ਲੋੜ ਪੈਂਦੀ ਹੈ ਤਾਂ 4.25 ਹੱਥ ਵਰਤ ਲੈਂਦੇ ਹੋਵੋਗੇ। ਕਬੀਰ ਜੋ ਮੈਂ ਚਿਤਵੋ ਨਾ ਕਰੈ, ਕਿਆ ਮੇਰੇ ਚਿਤਵੇ ਹੋਏ। ਹੇ ਕਬੀਰ, ਚੀਤ ਨਿਰੰਜਨ ਨਾਲ ਰੱਖਣ ਦੇ ਥਾਂ ਤੂੰ ਸਾਰਾ ਦਿਨ ਮਾਇਆ ਦੀਆਂ ਹੀ ਸੋਚਾਂ ਸੋਚਦਾ ਰਹਿੰਦਾ ਹੈ, ਪਰ ਤੇਰੇ ਮੇਰੇ ਸੋਚਾਂ ਸੋਚਣ ਨਾਲ ਕੁਝ ਨਹੀਂ ਬਣਦਾ। ਪ੍ਰਮਾਤਮਾ ਉਹ ਕੁਝ ਨਹੀਂ ਕਰਦਾ ਜੋ ਮੈਂ ਸੋਚਦਾ ਹਾਂ, ਭਾਵ ਜੋ ਅਸੀਂ ਸੋਚਦੇ ਰਹਿੰਦੇ ਹਾਂ। ਆਪਣਾ ਚਿਤ ਵਿਆ ਹਰਿ ਕਰੈ, ਜੋ ਮੇਰੇ ਚਿਤ ਨਾ ਹੋਏ। ਪ੍ਰਭੂ ਉਹ ਕੁਝ ਕਰਦਾ ਹੈ ਜੋ ਆਪ ਸੋਚਦਾ ਹੈ, ਤੇ ਜੋ ਕੁਝ ਉਹ ਪ੍ਰਮਾਤਮਾ ਸੋਚਦਾ ਹੈ ਉਹ ਸਾਡੇ ਚਿੱਤ ਚੇਤੇ ਵੀ ਨਹੀਂ ਹੁੰਦਾ। ਮਹਿਲਾ ਤੀਜਾ। ਚਿੰਤਾ ਪਿਆਪ ਕਰਾਏ ਸੀ, ਅਚਿੰਤ ਪਿਆਪੇ ਦੇ। ਹੇ ਕਬੀਰ, ਜੀਵਾਂ ਦੇ ਕੀ ਵਸ, ਪ੍ਰਭੂ ਆਪ ਹੀ ਜੀਵਾਂ ਦੇ ਮਨ ਵਿੱਚ ਦੁਨੀਆ ਦੇ ਫਿਕਰ ਸੋਚਾਂ ਪੈਦਾ ਕਰਦਾ ਹੈ। ਉਹ ਅਵਸਥਾ ਵੀ ਪ੍ਰਭੂ ਆਪ ਹੀ ਬਖਸ਼ਦਾ ਹੈ। ਜਦੋਂ ਮਨੁੱਖ ਇਹਨਾਂ ਫਿਕਰ ਸੋਚਾਂ ਤੋਂ ਰਹਿਤ ਹੋ ਜਾਂਦਾ ਹੈ, ਨਾਨਕ ਸੋ ਸਲਾਹੀਐ, ਜੇ ਸਭਨਾ ਸਾਰ ਕਰੀ। ਇਹ ਨਾਨਕ, ਜੋ ਪ੍ਰਭੂ ਸਭ ਜੀਵਾਂ ਦੀ ਸੰਭਾਲ ਕਰਦਾ ਹੈ, ਉਸੇ ਦੇ ਗੁਣ ਗਾਉਣੇ ਚਾਹੀਦੇ ਹਨ। ਭਾਵ ਪ੍ਰਭੂ ਅੱਗੇ ਹੀ ਅਰਦਾਸ ਕਰਕੇ ਦੁਨੀਆ ਦੇ ਫਿਕਰ ਸੋਚਾਂ ਤੋਂ ਬਚੇ ਰਹਿਣ ਦੀ ਦਾਤ ਮੰਗੀਏ। ਮਹਿਲਾ ਪੰਜਵਾਂ। ਕਬੀਰ ਰਾਮ ਨਾ ਚੇਤਿਓ, ਫਿਰਿਆ ਲਾਲਚ ਮਾਹੀ। ਹੇ ਕਬੀਰ, ਜੋ ਮਨੁੱਖ ਪ੍ਰਮਾਤਮਾ ਦਾ ਸਿਮਰਨ ਨਹੀਂ ਕਰਦਾ, ਸਿਮਰਨ ਨਾ ਕਰਨ ਦਾ ਨਤੀਜਾ ਹੀ ਇਹ ਨਿਕਲਦਾ ਹੈ ਕਿ ਉਹ ਦੁਨੀਆ ਦੀਆਂ ਸੋਚਾਂ ਸੋਚਦਾ ਹੈ ਤੇ ਦੁਨੀਆ ਦੇ ਲਾਲਚ ਵਿੱਚ ਭਟਕਦਾ ਫਿਰਦਾ ਹੈ। ਪਾਪ ਕਰਨ ਤਾਂ ਮਰ ਗਿਆ, ਆਦ ਪੁਨੀ ਖਿਨ ਮਾਹੀ। ਪਾਪ ਕਰਦਿਆਂ ਕਰਦਿਆਂ ਉਹ ਭਾਗਹੀਨ ਆਤਮਕ ਮੌਤੇ ਮਰ ਜਾਂਦਾ ਹੈ। ਉਸ ਦੇ ਅੰਦਰੋਂ ਉੱਚਾ ਆਤਮਕ ਜੀਵਨ ਮੁੱਕ ਜਾਂਦਾ ਹੈ ਅਤੇ ਉਹ ਵਿਕਾਰਾਂ ਵਿੱਚ ਰੱਜਦਾ ਵੀ ਨਹੀਂ ਕਿ ਅਚਨਚੇਤ ਉਮਰ ਮੁੱਕ ਜਾਂਦੀ ਹੈ। ਕਬੀਰ ਕਾਇਆ ਕਾਚੀ ਕਾਰਵੀ, ਕੇਵਲ ਕਾਚੀ ਧਾਤ। ਹੇ ਕਬੀਰ, ਇਹ ਸਰੀਰ ਕੱਚਾ ਲੋਟਾ ਸਮਝ ਲੈ, ਇਸ ਦਾ ਅਸਲਾ ਨਿਰੋਲ ਕੱਚੀ ਮਿੱਟੀ ਮਿਥ ਲੈ। ਸਾਬਤ ਰੱਖੈ ਤਾਂ ਰਾਮ ਭਜ, ਨਾਹੀਂ ਤਾਂ ਬਿਨਠੀ ਬਾਤ। ਜੇ ਤੂੰ ਇਸ ਨੂੰ ਬਾਹਰਲੇ ਭੈੜੇ ਅਸਰਾਂ ਤੋਂ ਪਵਿੱਤਰ ਰੱਖਣਾ ਲੋੜਦਾ ਹੈ ਤਾਂ ਪ੍ਰਮਾਤਮਾ ਦਾ ਨਾਮ ਸਿਮਰ, ਨਹੀਂ ਤਾਂ ਮਨੁੱਖਾ ਜਨਮ ਦੀ ਇਹ ਖੇਡ ਵਿਗੜੀ ਹੀ ਜਾਣ ਲੈ, ਭਾਵ ਜ਼ਰੂਰ ਵਿਗੜ ਜਾਏਗੀ। ਕਬੀਰ ਕੇਸੋ ਕੂਕੀਐ, ਨਾ ਸੋਈਐ ਆਸਾਰ। ਹੇ ਕਬੀਰ, ਜੇ ਇਸ ਸਰੀਰ ਨੂੰ ਵਿਕਾਰਾਂ ਵੱਲੋਂ ਸਾਬਤ ਰੱਖੇ ਤਾਂ ਹਰ ਵੇਲੇ ਪ੍ਰਮਾਤਮਾ ਦਾ ਨਾਮ ਯਾਦ ਕਰਦੇ ਰਹੀਏ, ਕਿਸੇ ਵੇਲੇ ਵੀ ਵਿਕਾਰਾਂ ਵੱਲੋਂ ਬੇਪਰਵਾਹ ਨਾ ਹੋਈਏ। ਰਾਤ ਦਿਵਸ ਕੇ ਕੂਕਣੇ, ਕਬਹੂ ਕੇ ਸੁਨੈ ਪੁਕਾਰ। ਜੇ ਦਿਨ ਰਾਤ ਹਰ ਵੇਲੇ ਪ੍ਰਮਾਤਮਾ ਨੂੰ ਸਿਮਰਦੇ ਰਹੀਏ ਤਾਂ ਕਿਸੇ ਨਾ ਕਿਸੇ ਵੇਲੇ ਉਹ ਪ੍ਰਭੂ ਜੀਵ ਦੀ ਅਰਦਾਸ ਸੁਣ ਹੀ ਲੈਂਦਾ ਹੈ ਤੇ ਇਸ ਨੂੰ ਆਤਮਕ ਮੌਤੇ ਮਰਨੋਂ ਬਚਾ ਲੈਂਦਾ ਹੈ।
ਕਬੀਰ ਕਾਇਆ ਕਜਲੀ ਬਨ ਪਿਆ, ਮਨ ਕੁੰਚਰ ਮੈਂ ਮੰਤ। हे ਕਬੀਰ, ਜੇ ਕੇਸੋ ਕੇਸੋ ਨਾ ਕੂਕੀਏ, ਜੇ ਪ੍ਰਮਾਤਮਾ ਦਾ ਸਿਮਰਨ ਨਾ ਕਰੀਏ ਤਾਂ ਅਨੇਕਾਂ ਵਿਕਾਰ ਪੈਦਾ ਹੋ ਜਾਣ ਕਰਕੇ ਇਹ ਮਨੁੱਖਾ ਸਰੀਰ ਮਾਨੋ ਕਜਲੀ ਬਣ ਜਾਂਦਾ ਹੈ, ਜਿਸ ਵਿੱਚ ਮਨ ਹਾਥੀ ਆਪਣੇ ਮੱਧ ਵਿੱਚ ਮੱਤਾ ਹੋਇਆ ਫਿਰਦਾ ਹੈ। ਅੰਕਸ ਗਿਆਨ ਰਤਨ ਹੈ, ਖੇਵਟ ਬਿਰਲਾ ਸੰਤ। ਇਸ ਹਾਥੀ ਨੂੰ ਕਾਬੂ ਵਿੱਚ ਰੱਖਣ ਲਈ ਗੁਰੂ ਦਾ ਸ੍ਰੇਸ਼ਟ ਗਿਆਨ ਹੀ ਕੁੰਡਾ ਬਣ ਸਕਦਾ ਹੈ। ਕੋਈ ਭਾਗਾਂ ਵਾਲਾ ਗੁਰਮੁਖ ਇਸ ਗਿਆਨ ਕੁੰਡੇ ਨੂੰ ਵਰਤ ਕੇ ਮਨ ਹਾਥੀ ਨੂੰ ਚਲਾਉਣ ਜੋਗਾ ਹੁੰਦਾ ਹੈ। ਕਬੀਰ ਰਾਮ ਰਤਨ ਮੁਖ ਕੋਥਰੀ, ਪਾਰਖ ਆਗੈ ਖੋਲ। हे ਕਬੀਰ, ਪ੍ਰਮਾਤਮਾ ਦਾ ਨਾਮ ਦੁਨੀਆ ਵਿੱਚ ਸਭ ਤੋਂ ਕੀਮਤੀ ਪਦਾਰਥ ਹੈ। ਇਸ ਪਦਾਰਥ ਨੂੰ ਸਾਂਭ ਕੇ ਰੱਖਣ ਵਾਸਤੇ ਆਪਣੇ ਮੂੰਹ ਨੂੰ ਗੁੱਥੀ ਬਣਾ ਤੇ ਇਸ ਰਤਨ ਦੀ ਕਦਰ ਕੀਮਤ ਜਾਣਨ ਵਾਲੇ ਕਿਸੇ ਗੁਰਮੁਖ ਦੇ ਅੱਗੇ ਹੀ ਮੂੰਹ ਖੋਲ੍ਹਣਾ, ਭਾਵ ਸਤ ਸੰਗ ਵਿੱਚ ਪ੍ਰਭੂ ਨਾਮ ਦੀ ਸਿਫਤ ਸਲਾਹ ਕਰ। ਕੋਈ ਆਏ ਮਿਲੈ ਗੋ, ਗਾਹਕੀ ਲੈ ਗੋ ਮਹਿੰਗੇ ਮੋਲ। ਜਦੋਂ ਨਾਮ ਰਤਨ ਦੀ ਕਦਰ ਜਾਣਨ ਵਾਲਾ ਕੋਈ ਗਾਹਕ ਸਤਸੰਗ ਵਿੱਚ ਆ ਪੜਦਾ ਹੈ ਤਾਂ ਉਹ ਆਪਣਾ ਮਨ ਗੁਰੂ ਦੇ ਹਵਾਲੇ ਕਰਕੇ ਨਾਮ ਰਤਨ ਨੂੰ ਖਰੀਦਦਾ ਹੈ। ਕਬੀਰ ਰਾਮ ਨਾਮ ਜਾਣਿਓ ਨਹੀਂ, ਪਾਲਿਓ ਕਟਕ ਕੁਟੰਬ। ਪਰ हे ਕਬੀਰ, ਜਿਸ ਮਨੁੱਖ ਨੂੰ ਪ੍ਰਮਾਤਮਾ ਦੇ ਨਾਮ ਰਤਨ ਦੀ ਕਦਰ ਕੀਮਤ ਨਹੀਂ ਪੈਂਦੀ, ਉਹ ਨਾਮ ਰਤਨ ਨੂੰ ਵਿਸਾਰ ਕੇ ਸਾਰੀ ਉਮਰ ਬਹੁਤਾ ਟੱਬਰ ਹੀ ਪਾਲਦਾ ਰਹਿੰਦਾ ਹੈ। ਧੰਦੇ ਹੀ ਮੈਂ ਮਰ ਗਇਓ, ਬਾਹਰ ਪਈ ਨਾ ਬੰਬ। ਦੁਨੀਆ ਦੇ ਧੰਦਿਆਂ ਵਿੱਚ ਹੀ ਖਪ ਕੇ ਉਹ ਮਨੁੱਖ ਆਤਮਕ ਮੌਤੇ ਮਰ ਜਾਂਦਾ ਹੈ। ਇਹਨਾਂ ਖਪਾਣਿਆਂ ਵਿੱਚੋਂ ਨਿਕਲ ਕੇ ਕਦੇ ਉਸਦੇ ਮੂੰਹੋਂ ਰਾਮ ਨਾਮ ਦੀ ਆਵਾਜ਼ ਨਹੀਂ ਨਿਕਲਦੀ, ਨਾ ਹੀ ਇਹਨਾਂ ਖਪਾਣਿਆਂ ਵਿੱਚੋਂ ਕਦੇ ਉਸ ਨੂੰ ਵੇਲ ਮਿਲਦੀ ਹੈ ਤੇ ਨਾ ਉਹ ਕਦੇ ਪ੍ਰਮਾਤਮਾ ਦਾ ਨਾਮ ਮੂੰਹੋਂ ਉਚਾਰਦਾ ਹੈ। ਕਬੀਰ ਆਖੀ ਘੇਰੇ ਮਾਟੁਕੇ, ਪਲ ਪਲ ਗਈ ਬਿਹਾਈ। हे ਕਬੀਰ, ਉਸ ਬਦਨਸੀਬ ਦਾ ਹਾਲ ਵੇਖ ਜੋ ਪ੍ਰਭੂ ਨਾਮ ਦੀ ਕਦਰ ਕੀਮਤ ਨਾ ਜਾਣਦਾ ਹੋਇਆ ਸਾਰੀ ਉਮਰ ਕੁਟੰਬ ਪਾਲਣ ਵਿੱਚ ਹੀ ਗੁਜ਼ਾਰਦਾ ਹੈ ਤੇ ਕਦੇ ਵੀ ਪ੍ਰਭੂ ਨਾਮ ਮੂੰਹੋਂ ਨਹੀਂ ਉਚਾਰਦਾ। ਥੋੜ੍ਹੀ ਕਰਕੇ ਬੇਮਲੂਮੇ ਜੇ ਉਸ ਦੀ ਉਮਰ ਅੱਖਾਂ ਦੇ ਝਮਕਣ ਜਿਤਨਾ ਸਮਾਂ ਤੇ ਪਲ ਪਲ ਕਰਕੇ ਬੀਤ ਜਾਂਦੀ ਹੈ। ਮਨ ਜੰਜਾਲ ਨਾ ਛੋੜਈ, ਜਮ ਦੀਆਦ ਮਹਮਾ ਆਏ। ਫਿਰ ਵੀ ਉਸ ਦਾ ਮਨ ਕੁਟੰਬ ਦਾ ਜੰਜਾਲ ਨਹੀਂ ਛੱਡਦਾ। ਆਖਿਰ ਜਮ ਮੌਤ ਦਾ ਨਗਾਰਾ ਆ ਵਜਾਉਂਦੇ ਹਨ। ਕਬੀਰ ਤਰਵਰ ਰੂਪੀ ਰਾਮ ਹੈ, ਫਲ ਰੂਪੀ ਬੈਰਾਗ। हे ਕਬੀਰ, ਵਿਕਾਰਾਂ ਦੀ ਤਪਸ਼ ਨਾਲ ਤਪ ਰਹੇ ਇਸ ਸੰਸਾਰ ਵਿੱਚ ਪ੍ਰਭੂ ਦਾ ਨਾਮ ਇੱਕ ਸੋਹਣਾ ਰੁੱਖ ਹੈ। ਛਾਇਆ ਰੂਪੀ ਸਾਧ ਹੈ, ਜਿਨ ਤਜਿਆ ਬਾਦ ਵਿਵਾਦ। ਜਿਸ ਮਨੁੱਖ ਨੇ ਆਪਣੇ ਅੰਦਰੋਂ ਇਹਨਾਂ ਵਿਕਾਰਾਂ ਦਾ ਝਗੜਾ ਝਾਂਜਾ ਮੁਕਾ ਦਿੱਤਾ ਹੈ, ਉਹ ਗੁਰਮੁਖ ਇਸ ਰੁੱਖ ਦੀ ਮਾਨੋ ਛਾਂ ਹੈ। ਜੋ ਭਾਗਾਂ ਵਾਲਾ ਬੰਦਾ ਉਸ ਤਪਸ਼ ਤੋਂ ਬਚਣ ਲਈ ਇਸ ਛਾਂ ਦਾ ਆਸਰਾ ਲੈਂਦਾ ਹੈ, ਉਸ ਨੂੰ ਵੈਰਾਗ ਰੂਪ ਫਲ ਹਾਸਲ ਹੁੰਦਾ ਹੈ। ਕਬੀਰ ਐਸਾ ਬੀਜ ਬੋਏ, 12 ਮਾਸ ਫਲੰਤ। हे ਕਬੀਰ, ਜਿਨ ਤਜਿਆ ਬਾਦ ਵਿਵਾਦ, ਉਸ ਸਾਧ ਦੀ ਸੰਗਤ ਵਿੱਚ ਰਹਿ ਕੇ ਤੂੰ ਵੀ ਆਪਣੇ ਹਿਰਦੇ ਦੀ ਧਰਤੀ ਵਿੱਚ ਪਰਮਾਤਮਾ ਦੇ ਨਾਮ ਦਾ ਇੱਕ ਅਜਿਹਾ ਬੀਜ ਜੋ ਸਦਾ ਹੀ ਫਲ ਦਿੰਦਾ ਰਹਿੰਦਾ ਹੈ।
शीतल छाया गहर फल पंखी केल करंत। ਉਸ ਦਾ ਆਸਰਾ ਲਈਏ ਤਾਂ ਅੰਦਰ ਠੰਡ ਪੈਂਦੀ ਹੈ, ਫਲ ਮਿਲਦਾ ਹੈ ਕਿ ਦੁਨੀਆ ਦੇ ਬਾਦ ਵਿਵਾਦ ਵੱਲੋਂ ਮਨ ਟਿਕ ਜਾਂਦਾ ਹੈ ਤੇ ਸਾਰੇ ਗਿਆਨ ਇੰਦਰੀ ਜੋ ਪਹਿਲਾਂ ਪੰਛੀਆਂ ਵਾਂਗ ਥਾਂ ਥਾਂ ਤੇ ਚੋਗ ਲਈ ਭਟਕਦੇ ਸਨ, ਹੁਣ ਪ੍ਰਭੂ ਦੇ ਨਾਮ ਦਾ ਆਨੰਦ ਲੈਂਦੇ ਹਨ। ਕਬੀਰ ਦਾਤਾ ਤਰਵਰ ਦਇਆ ਫਲ ਉਪਕਾਰੀ ਜੀਵੰਤ। हे ਕਬੀਰ, ਉਹ ਸਾਧੂ ਆਪਣੀ ਸਾਰੀ ਉਮਰ ਉਪਕਾਰ ਵਿੱਚ ਹੀ ਗੁਜ਼ਾਰਦਾ ਹੈ। ਪ੍ਰਭੂ ਦੇ ਨਾਮ ਦੀ ਦਾਤ ਦੇਣ ਵਾਲਾ ਉਹ ਸਾਧੂ ਵਿਕਾਰਾਂ ਵਿੱਚ ਤਪਦੇ ਸਾਰੇ ਸੰਸਾਰ ਲਈ ਮਾਨੋ ਇੱਕ ਸੋਹਣਾ ਰੁੱਖ ਹੈ, ਉਸ ਪਾਸੋਂ ਜੀ ਦਇਆ ਦੀ ਦਾਤ ਪ੍ਰਾਪਤ ਹੁੰਦੀ ਹੈ। ਪੰਖੀ ਚਲੇ ਦਿਸਾਵਰੀ ਬਿਰਖਾ ਸੁਫਲ ਫਲੰਤ। ਸੰਸਾਰੀ ਜੀਵ ਤਾਂ ਹੋਰ ਧੰਦਿਆਂ ਵਿੱਚ ਰੁੱਝੇ ਰਹਿੰਦੇ ਹਨ, ਪਰ ਗੁਰਮੁਖ ਸਾਧ ਸਦਾ ਹੀ ਸਿੱਖਿਆ ਦਿੰਦਾ ਰਹਿੰਦਾ ਹੈ ਕਿ ਸਭ ਨਾਲ ਦਇਆ ਪਿਆਰ ਵਰਤੋ। ਕਬੀਰ ਦਾਤਾ ਤਰਵਰ ਦਇਆ ਫਲ ਉਪਕਾਰੀ ਜੀਵੰਤ। ਪੰਖੀ ਚਲੇ ਦਿਸਾਵਰੀ ਬਿਰਖਾ ਸੁਫਲ ਫਲੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।